हाँ जी, लास्ट ਲੈਕਚਰ ਦੇ ਵਿੱਚ ਆਪਾਂ ਵਿਸ਼ੇਸ਼ਣ ਕਰ ਰਹੇ ਸੀ। ਵਿਸ਼ੇਸ਼ਣ ਦਾ ਸਭ ਤੋਂ ਪਹਿਲਾਂ ਆਪਾਂ ਮੀਨਿੰਗ ਦੇਖਿਆ, ਫਿਰ ਉਸਦੀਆਂ 5 ਟਾਈਪਸ ਦੇ ਨਾਮ ਦੇਖੇ। ਫਿਰ ਆਪਾਂ ਹੁਣ ਤੱਕ 4 ਟਾਈਪਸ ਉਹਦੀਆਂ ਕਰ ਚੁੱਕੇ ਹਾਂ ਜੀ। ਗੁਣਵਾਚਕ ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ, ਨਿਸ਼ਚੈਵਾਚਕ ਵਿਸ਼ੇਸ਼ਣ ਤੇ ਪਰਿਣਾਮਵਾਚਕ ਯਾਨੀ ਪਰਿਣਾਮੀ ਵਿਸ਼ੇਸ਼ਣ। ਹੁਣ ਆਪਾਂ ਉਹਦੀ 5th ਟਾਈਪ ਕਰਨ ਲੱਗੇ ਹਾਂ ਜੀ, ਗਿਣਤੀਵਾਚਕ ਵਿਸ਼ੇਸ਼ਣ ਜਾਂ ਸੰਖਿਆਵਾਚਕ ਵਿਸ਼ੇਸ਼ਣ। ਪਹਿਲਾਂ ਆਪਾਂ ਇੱਕ ਪਰਿਮਾਣਵਾਚਕ ਵਿਸ਼ੇਸ਼ਣ ਕੀਤਾ ਸੀ, ਜਿਸ ਨੂੰ ਮਿਣਤੀਵਾਚਕ ਵਿਸ਼ੇਸ਼ਣ ਵੀ ਕਿਹਾ ਜਾਂਦਾ ਹੈ। ਮਿਣਤੀਵਾਚਕ ਵਿਸ਼ੇਸ਼ਣ ਦਾ ਕੀ ਮਤਲਬ ਹੁੰਦਾ ਹੈ? ਦੇਖੋ, ਮਿਣਤੀਵਾਚਕ ਵਿਸ਼ੇਸ਼ਣ ਦਾ ਮਤਲਬ ਇਹ ਹੁੰਦਾ ਕਿ ਉਹ ਵਸਤੂ ਦੀ ਵਿਸ਼ੇਸ਼ਤਾ ਦੱਸਣਾ ਜਿਹੜੀ ਸਿਰਫ ਮਿਣੀ ਜਾ ਸਕੇ, ਮਾਪੀ ਜਾ ਸਕੇ, ਤੋਲੀ ਜਾ ਸਕੇ। ਸ਼ਬਦ ਦੀ ਵਿਸ਼ੇਸ਼ਤਾ ਦੱਸਦੇ ਹੋਏ ਸ਼ਬਦ ਨੂੰ ਅਸੀਂ ਪਰਿਮਾਣਵਾਚਕ ਵਿਸ਼ੇਸ਼ਣ ਕਹਿੰਦੇ ਹਾਂ। ਤਾਂ ਅੱਜ ਆਪਾਂ ਕਰਨ ਵਾਲੇ ਹਾਂ ਜੀ ਗਿਣਤੀ ਤੇ ਸੰਖਿਆਵਾਚਕ ਵਿਸ਼ੇਸ਼ਣ। ਇਹ ਕੀ ਹੁੰਦਾ ਹੈ ਜੀ? ਉਹ ਸ਼ਬਦ ਜੋ ਐਸੇ ਵਿਸ਼ੇਸ਼ ਦੀ ਯਾਨੀ ਕਿ ਐਸੇ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸੇ ਜੋ ਗਿਣੀ ਜਾ ਸਕੇ, ਸੰਖਿਆ ਯਾਨੀ ਕਿ ਜਿਸ ਦੀ ਕਾਊਂਟਿੰਗ ਕੀਤੀ ਜਾ ਸਕੇ, ਉਸਦੀ ਗਿਣਤੀ ਬਾਰੇ, ਉਸਦੀ ਸੰਖਿਆ ਬਾਰੇ ਦੱਸੇ, ਉਸ ਨੂੰ ਆਪਾਂ ਕਹਿੰਦੇ ਹਾਂ ਗਿਣਤੀਵਾਚਕ ਜਾਂ ਸੰਖਿਆਵਾਚਕ ਵਿਸ਼ੇਸ਼ਣ। ਤੁਸੀਂ ਨੋਟ ਕਰ ਸਕਦੇ ਹੋ, ਜੋ ਸ਼ਬਦ ਇੱਕ ਐਸੇ ਵਿਸ਼ੇਸ਼ ਦੀ ਵਿਸ਼ੇਸ਼ਤਾ ਦੱਸੇ ਜੋ ਗਿਣਿਆ ਜਾ ਸਕੇ। ਜਾਂ ਇਹਦੀ ਡੈਫੀਨੇਸ਼ਨ ਤੁਸੀਂ ਕਿਸ ਤਰ੍ਹਾਂ ਲਿਖ ਸਕਦੇ ਹੋ? ਜੋ ਸ਼ਬਦ ਆਪਣੇ ਵਿਸ਼ੇਸ਼ਾਂ ਦੀ, ਹੁਣ ਤੁਸੀਂ ਦੱਸ ਸਕਦੇ ਹੋ ਵਿਸ਼ੇਸ਼ਾਂ ਕੀ ਹੁੰਦਾ ਹੈ? ਨਾਮ ਜਾਂ ਪੜਨਾਮ। ਵਿਸ਼ੇਸ਼ਾਂ ਦੀ ਯਾਨੀ ਕਿ ਨਾਮ ਜਾਂ ਪੜਨਾਮ ਦੀ ਗਿਣਤੀ ਜਾਂ ਸੰਖਿਆ ਬਾਰੇ ਦੱਸ ਕੇ ਉਸਦੀ ਵਿਸ਼ੇਸ਼ਤਾ ਦੱਸੇ, ਉਸ ਨੂੰ ਆਪਾਂ ਕਹਿੰਦੇ ਹਾਂ ਗਿਣਤੀਵਾਚਕ ਜਾਂ ਸੰਖਿਆਵਾਚਕ ਵਿਸ਼ੇਸ਼ਣ। ਹੁਣ ਗਿਣਤੀਵਾਚਕ ਜਾਂ ਸੰਖਿਆਵਾਚਕ ਵਿਸ਼ੇਸ਼ਣ ਦੀਆਂ ਵੀ ਅੱਗੇ ਕਿਸਮਾਂ ਹੁੰਦੀਆਂ ਜੀ। ਇਹਦੀਆਂ ਹੁੰਦੀਆਂ ਨੇ 7 ਕਿਸਮਾਂ। ਟੋਟਲ ਕਿੰਨੀਆਂ ਟਾਈਪਸ ਹੁੰਦੀਆਂ ਨੇ ਇਸਦੀਆਂ ਅੱਗੇ? ਸਬ ਟਾਈਪਸ ਕਹਿ ਲਓ ਜਿਸ ਨੂੰ 7। ਸਭ ਤੋਂ ਪਹਿਲੀ ਹੈ ਸਧਾਰਨ ਸੰਖਿਆਵਾਚਕ ਵਿਸ਼ੇਸ਼ਣ। ਸਧਾਰਨ ਸੰਖਿਆਵਾਚਕ ਵਿਸ਼ੇਸ਼ਣ ਤੇ ਕਿਹੜੇ ਹੁੰਦੇ ਹਨ ਜੀ ਸਧਾਰਨ ਸੰਖਿਆਵਾਚਕ ਵਿਸ਼ੇਸ਼ਣ? ਉਹ ਸ਼ਬਦ ਜਿਹੜੇ ਆਪਣੇ ਨਾਮ ਜਾਂ ਪੜਨਾਮ ਦੀ ਗਿਣਤੀ ਜਿਹੜੀ ਉਹ ਪੂਰੀ ਦੱਸਦੇ ਹੋਣ, ਉਹਨੂੰ ਆਪਾਂ ਕਹਿੰਦੇ ਹਾਂ ਜੀ ਸਧਾਰਨ ਸੰਖਿਆਵਾਚਕ ਵਿਸ਼ੇਸ਼ਣ। ਜੋ ਸ਼ਬਦ ਨਾਮ ਜਾਂ ਪੜਨਾਮ ਯਾਨੀ ਕਿ ਆਪਣੀ ਵਿਸ਼ੇਸ਼ਾਂ ਦੀ ਗਿਣਤੀ ਪੂਰੀ ਦੱਸਣ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਜੀ ਸਧਾਰਨ ਸੰਖਿਆਵਾਚਕ ਵਿਸ਼ੇਸ਼ਣ। ਜਿਵੇਂ ਡੱਬੇ ਵਿੱਚ 40 ਲੱਡੂ ਹਨ। ਤਾਂ ਲੱਡੂ ਦੀ ਗਿਣਤੀ ਜਿਹੜੀ ਇੱਥੇ ਗਿਣੀ ਜਾ ਰਹੀ ਹੈ, ਲੱਡੂਆਂ ਦੀ ਗਿਣਤੀ ਜਿਹੜੀ ਆਪਾਂ ਗਿਣ ਸਕਦੇ ਹਾਂ ਵੀ ਕਿੰਨੇ ਲੱਡੂ ਨੇ, 1 2 3 ਇੱਦਾਂ ਕਰਕੇ ਲੱਡੂ ਗਿਣੇ ਜਾ ਸਕਦੇ ਆ। ਤਾਂ ਕਿੰਨੇ ਨੇ ਜੀ? 40 ਲੱਡੂ ਨੇ, ਇਹ ਕਿਹਾ ਜਾ ਰਿਹਾ ਜੀ। ਤਾਂ 40 ਗਿਣਤੀ ਜਿਹੜੀ ਹੈਗੀ ਹੈ ਉਹ ਹੋਗੀ ਸਾਡੀ ਸਧਾਰਨ ਸੰਖਿਆਵਾਚਕ ਵਿਸ਼ੇਸ਼ਣ। ਅਸੀਂ 2 ਦਰਜਨ ਪਲੇਟਾਂ ਲਈਆਂ। ਤਾਂ ਇਹਦੇ ਵਿੱਚ ਸੰਖਿਆਵਾਚਕ ਵਿਸ਼ੇਸ਼ਣ ਕੀ ਹੋਏਗਾ? 2 ਦਰਜਨ। ਕਿਉਂ? ਕਿਉਂਕਿ ਦੇਖੋ ਦਰਜਨ ਵੀ ਆਪਣੇ ਆਪ ਦੇ ਵਿੱਚ ਇੱਕ ਸੰਖਿਆ ਹੈ, ਇੱਕ ਕਾਊਂਟਿੰਗ ਹੈ। ਕਿਉਂਕਿ ਇੱਕ ਦਰਜਨ ਦੇ ਵਿੱਚ ਸਾਨੂੰ ਪਤਾ ਹੈ 12 ਚੀਜ਼ਾਂ ਹੁੰਦੀਆਂ ਨੇ ਤੇ 12 ਮਤਲਬ 12 ਗਿਣੀਆਂ ਜਾ ਸਕਦੀਆਂ ਨੇ। ਤਾਂ 2 ਦਰਜਨ ਮਤਲਬ 24। ਤਾਂ ਇਹ ਵੀ ਕੀ ਹੋਗੀ? ਇੱਕ ਸੰਖਿਆ ਹੋਗੀ। ਤਾਂ ਇਹ ਵੀ ਆਪਣਾ ਕੀ ਬਣੇਗਾ ਜੀ? ਸੰਖਿਆਵਾਚਕ ਵਿਸ਼ੇਸ਼ਣ। ਸੰਖਿਆਵਾਚਕ ਵਿਸ਼ੇਸ਼ਣ। ਉਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ ਇਹਦੀ ਸੈਕਿੰਡ ਟਾਈਪ, ਕ੍ਰਮਵਾਚਕ ਸੰਖਿਆਵਾਚਕ ਵਿਸ਼ੇਸ਼ਣ। ਕ੍ਰਮ ਤੋਂ ਤੁਹਾਨੂੰ ਪਤਾ ਚੱਲ ਰਿਹਾ ਹੋਏਗਾ ਉਹ ਸ਼ਬਦ ਜੋ ਕਿਸੇ ਦੀ ਯਾਨੀ ਕਿ ਨਾਮ ਜਾਂ ਪੜਨਾਮ ਦੀ ਕ੍ਰਮ ਬਾਰੇ ਦੱਸੇ। ਕ੍ਰਮ ਕੀ ਹੁੰਦਾ ਜੀ? ਤਰਤੀਬ ਬਾਰੇ ਦੱਸੇ। ਜੋ ਸ਼ਬਦ ਨਾਮ ਜਾਂ ਪੜਨਾਮ ਯਾਨੀ ਕਿ ਆਪਣੇ ਵਿਸ਼ੇਸ਼ ਦੀ
ਤਰਤੀਬ ਬਾਰੇ ਦੱਸੇ ਉਸ ਨੂੰ ਕਹਿੰਦੇ ਆ ਜੀ ਕ੍ਰਮਵਾਚਕ ਵਿਸ਼ੇਸ਼ਣ। ਜਿਵੇਂ ਤਰਤੀਬ ਦੇ ਵਿੱਚ ਕੋਈ ਚੀਜ਼ ਜਾਂ ਤਾਂ ਪਹਿਲਾਂ ਹੋਏਗੀ ਜਾਂ ਪਿੱਛੋਂ ਹੋਏਗੀ ਜਾਂ ਅਖੀਰ ਵਿੱਚ ਹੋਏਗੀ, ਤਾਂ ਅਜਿਹੇ ਸ਼ਬਦ ਪਹਿਲਾਂ, ਪਿੱਛੋਂ, ਅਖੀਰ ਇਹ ਜਿਹੜੇ ਹੋ ਗਏ, ਇਹ ਹੋ ਗਏ ਜੀ ਕ੍ਰਮਵਾਚਕ ਵਿਸ਼ੇਸ਼ਣ। ਜਿਵੇਂ ਗੀਤਾ ਕਤਾਰ ਵਿੱਚ ਪਹਿਲੇ ਨੰਬਰ 'ਤੇ ਬੈਠੀ ਹੈ। ਤਾਂ ਇਹ ਹੋ ਗਿਆ ਜੀ ਪਹਿਲਾ ਨੰਬਰ, ਜਿਹੜਾ ਪਹਿਲਾ ਸ਼ਬਦ ਹੋ ਗਿਆ ਪਹਿਲੇ ਨੰਬਰ 'ਤੇ ਬੈਠੀ ਹੈ, ਇਹ ਹੋ ਗਿਆ ਜੀ ਸੰਖਿਆਵਾਚਕ ਕ੍ਰਮਵਾਚਕ ਵਿਸ਼ੇਸ਼ਣ। ਕ੍ਰਮਵਾਚਕ ਸੰਖਿਆਵਾਚਕ ਵਿਸ਼ੇਸ਼ਣ। ਇਸੇ ਤਰ੍ਹਾਂ ਤੁਸੀਂ ਹੋਰ ਲਿਖ ਸਕਦੇ ਹੋ ਅਖੀਰ ਵਿੱਚ, ਅਖੀਰ ਸ਼ਬਦ, ਦੂਸਰਾ, ਦੂਸਰੇ ਨੰਬਰ 'ਤੇ ਜਾਂ ਦੂਸਰਾ, ਤੀਸਰਾ, ਮਗਰੋਂ, ਪਿੱਛੋਂ, ਮੂਹਰੇ। ਤਾਂ ਮੂਹਰੇ ਹੋਣਾ ਵੀ ਇੱਕ ਤਰਤੀਬ ਦਾ ਹੀ ਹੈਗਾ ਜੀ ਹਿੱਸਾ। 100ਵੇਂ ਨੰਬਰ 'ਤੇ, 10ਵੇਂ ਨੰਬਰ 'ਤੇ, 10ਵੇਂ ਨੰਬਰ 'ਤੇ ਆਦਿ। ਇੱਦਾਂ ਕਰਕੇ ਇਹ ਜਿਹੜੇ ਸ਼ਬਦ ਹੋ ਗਏ ਜੀ, ਇਹ ਹੋ ਗਏ ਕ੍ਰਮਵਾਚਕ ਸੰਖਿਆਵਾਚਕ ਵਿਸ਼ੇਸ਼ਣ। ਹੁਣ ਆਪਾਂ ਇਹਦੀ ਕਰਦੇ ਹਾਂ ਜੀ ਤੀਸਰੀ ਟਾਈਪ। ਹਾਂਜੀ, ਥਰਡ ਟਾਈਪ ਆ ਗਈ ਦੀ ਕਸਰੀ ਵਾਚਕ ਸੰਖਿਆਵਾਚਕ ਵਿਸ਼ੇਸ਼ਣ। ਦੇਖੋ ਕਸਰੀ ਸ਼ਬਦ ਤੋਂ ਤੁਹਾਨੂੰ ਪਤਾ ਲੱਗਦਾ ਹੋਏਗਾ, ਪੰਜਾਬੀ ਦੇ ਵਿੱਚ ਅਸੀਂ ਅਕਸਰ ਹੀ ਕਹਿੰਦੇ ਹਾਂ ਕਿ ਕਿਸੇ ਕੰਮ ਵਿੱਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ। ਕਸਰ ਛੱਡਣਾ, ਕਸਰ ਨਾ ਰਹਿ ਜਾਵੇ, ਕਸਰ ਦਾ ਮਤਲਬ ਹੁੰਦਾ ਕੋਈ ਕਮੀ ਨਾ ਰਹਿ ਜਾਵੇ, ਯਾਨੀ ਕਸਰ ਸ਼ਬਦ ਦਾ ਮਤਲਬ ਕਮੀ ਤੋਂ ਹੈ। ਤਾਂ ਤੁਸੀਂ ਇਹਦੀ ਡੈਫੀਨੇਸ਼ਨ ਲਿਖ ਸਕਦੇ ਹੋ, ਜੋ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਦੇ ਮਾਪ ਜਾਂ ਭਾਰ ਜਾਂ ਸੰਖਿਆ ਵਿੱਚ ਕਮੀ ਜਾਂ ਘਾਟ ਬਾਰੇ ਦੱਸੇ। ਉਦਾਹਰਨ ਦੇਖੋ ਇਸ ਦੀ, ਆਪਣੇ ਕੋਲ ਉਦਾਹਰਨ ਹੈਗੀ ਹੈ ਜੀ ਪਹਿਲੀ, ਉਸ ਕੋਲ 1.25 ਲੱਖ ਰੁਪਏ ਹਨ। ਤਾਂ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਸਵਾ ਜਿਹੜਾ ਹੈਗਾ ਜੀ, ਸਵਾ ਸ਼ਬਦ ਇਹ ਪੂਰੇ ਨੂੰ ਨਹੀਂ ਸਗੋਂ ਕੁਛ ਕਮੀ ਨੂੰ ਦਿਖਾਉਂਦਾ ਹੈ। ਦੇਖੋ ਸਵਾ ਕੀ ਹੁੰਦਾ, 1 + 1/4, ਯਾਨੀ ਕਿ ਪੂਰਾ ਨਹੀਂ, ਪੂਰੇ 2 ਨਹੀਂ ਹੁੰਦੇ, 1 ਦੇ ਵਿੱਚ ਸਿਰਫ 1/4 ਹੋਰ ਐਡ ਕੀਤਾ ਜਾਂਦਾ ਤਦ ਜਾ ਕੇ ਸਵਾ ਬਣਦਾ। ਤਾਂ 1.25 ਲੱਖ ਰੁਪਏ ਜਿਹੜੇ ਆ ਉਹ ਪੂਰੇ ਨੂੰ ਨਹੀਂ, ਕੁਝ 2 ਤੋਂ 3/4 ਪਾਰਟ ਘੱਟ ਨੂੰ ਦਰਸਾਉਂਦਾ ਹੈ। ਠੀਕ ਹੈ, 2 ਪੂਰਾ ਨਹੀਂ ਹੋਇਆ, 2 ਤੋਂ 3/4 ਹਿੱਸਾ ਘੱਟ ਰਹਿ ਗਿਆ, ਤਾਂ ਉਹਨੂੰ ਦਿਖਾਉਂਦਾ ਸਵਾ। ਤਾਂ ਇਸ ਕਰਕੇ ਪੂਰਾ ਨਹੀਂ ਸਗੋਂ ਕੁਝ ਕਸਰ ਛੱਡ ਦਿੰਦਾ। ਇਸ ਤੋਂ ਕੁਝ ਕਸਰ ਹੋਣ ਦੇ ਬਾਰੇ ਪਤਾ ਚੱਲਦਾ ਕਿ ਕੁਝ ਕਮੀ ਹੈਗੀ ਹੈ, 2 ਦੇ ਵਿੱਚ ਪੂਰਾ ਹੋਣ ਤੋਂ 3/4 ਹਿੱਸਾ ਘੱਟ ਹੈ, ਪੌਣਾ ਹਿੱਸਾ ਘੱਟ ਹੈ। ਤਾਂ ਇਸ ਕਰਕੇ ਇਹਨੂੰ ਆਪਾਂ ਕਹਿੰਦੇ ਹਾਂ ਜੀ ਕਸਰੀਵਾਚਕ ਸੰਖਿਆਵਾਚਕ ਵਿਸ਼ੇਸ਼ਣ। ਕਸਰੀਵਾਚਕ ਸੰਖਿਆਵਾਚਕ ਵਿਸ਼ੇਸ਼ਣ। ਆਈ ਹੋਪ ਤੁਹਾਨੂੰ ਇਹ ਚੀਜ਼ ਕਲੀਅਰ ਹੋਏਗੀ। ਹੋਰ ਇਹਦੀ ਉਦਾਹਰਨ ਤੁਸੀਂ ਦੇਖ ਸਕਦੇ ਹੋ, ਸਵਾ ਸ਼ਬਦ ਹੋ ਗਿਆ, ਇਸ ਤੋਂ ਇਲਾਵਾ ਸ਼ਬਦ ਆਪਣੇ ਕੋਲ ਆ ਜਾਂਦਾ ਜੀ ਪੌਣਾ, ਅੱਧਾ। ਹਾਂਜੀ, ਹੁਣ ਤੁਸੀਂ ਸੋਚ ਰਹੇ ਹੋਗੇ ਅੱਧਾ ਸ਼ਬਦ, ਅੱਧਾ ਕਿਲੋ ਅਸੀਂ ਜਿਹੜੀ ਹੈ ਪਰਿਮਾਣਵਾਚਕ ਵਿਸ਼ੇਸ਼ਣ 'ਚ ਵੀ ਦੇਖਿਆ ਸੀ, ਬਿਲਕੁਲ ਦੇਖਿਆ ਸੀ। ਅੱਧਾ ਕਿਲੋ, ਇਹ ਸ਼ਬਦ ਤੁਸੀਂ ਉੱਥੇ ਵੀ ਦੇਖੇ ਹੋਣਗੇ। ਲੇਕਿਨ ਅੱਧਾ ਕਿਲੋ ਕਿਹੜੇ ਸ਼ਬਦ ਦੀ ਵਿਸ਼ੇਸ਼ਤਾ ਦੱਸ ਰਹੇ ਸੀ? ਉਹ ਸ਼ਬਦ ਜਿਹੜਾ ਸਿਰਫ ਤੋਲਿਆ ਜਾ ਸਕੇ, ਮਿਣਿਆ ਜਾ ਸਕੇ, ਪਰ ਗਿਣਿਆ ਨਾ ਜਾ ਸਕੇ। ਇੱਥੇ ਅੱਧਾ ਉਸ ਸ਼ਬਦ ਲਈ ਵਰਤਿਆ ਜਾਏਗਾ ਜਿਹੜਾ ਗਿਣਿਆ ਜਾ ਸਕਦਾ ਹੈ, ਜਿਸ ਦੀ ਗਿਣਤੀ ਹੋ ਸਕਦੀ ਹੈ, ਤਦ ਹੀ ਉਹ ਸੰਖਿਆਵਾਚਕ ਵਿਸ਼ੇਸ਼ਣ ਦੀ ਟਾਈਪ ਦੇ ਵਿੱਚ ਆਉਂਦਾ ਹੈ। ਜਿਵੇਂ ਅੱਧਾ ਲੱਡੂ, ਅੱਧਾ ਗਿਲਾਸ। ਇੱਦਾਂ ਕਰਕੇ ਜਿਹੜੇ ਸ਼ਬਦ ਹੈਗੇ ਆ, ਜੋ ਚੀਜ਼ਾਂ ਗਿਣੀਆਂ ਜਾ ਸਕਦੀਆਂ ਨੇ, ਉਹਨਾਂ ਲਈ ਵਰਤੇ ਗਏ ਸ਼ਬਦ ਜਿਹੜੇ ਨੇ ਮਾਪ ਦੇ, ਭਾਰ ਦੇ, ਤਾਂ ਉਹ ਜਿਹੜੇ ਸ਼ਬਦ ਹੋਣਗੇ ਜੀ, ਉਹ ਹੋਣਗੇ ਸੰਖਿਆਵਾਚਕ ਵਿਸ਼ੇਸ਼ਣ। ਅਤੇ ਜੇ ਉਹ ਕਿਸੇ ਕਮੀ ਨੂੰ ਦਰਸਾਉਂਦੇ ਨੇ ਤਾਂ ਉਹ ਬਣ ਜਾਂਦੇ ਆ ਕਸਰੀਵਾਚਕ ਸੰਖਿਆਵਾਚਕ ਵਿਸ਼ੇਸ਼ਣ। ਨੈਕਸਟ ਇਹਦੀ ਆਪਾਂ ਟਾਈਪ ਦੇਖਦੇ ਹਾਂ ਜੀ, 4th ਟਾਈਪ, ਗੁਣਾਵਾਚਕ ਸੰਖਿਆਵਾਚਕ ਵਿਸ਼ੇਸ਼ਣ। ਗੁਣਾਵਾਚਕ ਸੰਖਿਆਵਾਚਕ ਵਿਸ਼ੇਸ਼ਣ। ਗੁਣਾ, ਇਸ ਸ਼ਬਦ ਤੋਂ ਹੀ ਤੁਹਾਨੂੰ ਪਤਾ ਚੱਲ ਰਿਹਾ ਹੋਏਗਾ ਜੀ, ਜੋ ਸ਼ਬਦ ਕਿਸੇ ਨਾਮ ਜਾਂ ਪੜਨਾਂਵ ਜਾਂ ਵਿਸ਼ੇਸ਼ਣ ਦੀ ਕਿੰਨੀ ਗੁਣਾ ਵੱਧ ਤੇ ਕਿੰਨੀ ਗੁਣਾ ਘੱਟ ਕਿਸੇ ਚੀਜ਼ ਦੇ ਹੋਣ ਬਾਰੇ ਦੱਸੇ, ਉਹਨੂੰ ਆਪਾਂ ਕਹਿੰਦੇ ਹਾਂ ਜੀ ਗੁਣਾਵਾਚਕ। ਯਾਨੀ ਕਿ ਕਿਸੇ ਚੀਜ਼ ਦੇ ਕਿੰਨੇ ਗੁਣਾ ਵੱਧ ਹੋਣ ਬਾਰੇ ਜਾਂ ਕਿੰਨੇ ਗੁਣਾ ਘੱਟ ਹੋਣ ਬਾਰੇ ਸਾਨੂੰ ਜਿਸ ਸ਼ਬਦ ਤੋਂ ਪਤਾ ਚੱਲਦਾ ਹੈ, ਉਹਨੂੰ ਆਪਾਂ ਬਣਾਉਂਦੇ ਹਾਂ ਜੀ ਗੁਣਾਵਾਚਕ ਸੰਖਿਆਵਾਚਕ ਵਿਸ਼ੇਸ਼ਣ। ਜੋ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ
यानी कि अपने विशेषां दी किन्ने गुना वध जां किन्ने गुना घट होण बारे दसे, ਉਹਨੂੰ ਆਪਾਂ ਕਹਿੰਦੇ ਆ ਜੀ ਗੁਣਾਵਾਚਕ ਸੰਖਿਆਵਾਚਕ ਵਿਸ਼ੇਸ਼ਣ। ਜਿਵੇਂ ਕਿੰਨੇ ਗੁਣਾ, ਗੁਣਾ ਦੁੱਗਣਾ, ਕੋਈ ਚੀਜ਼ ਆਪਾਂ ਕਹਿੰਦੇ ਕਿ ਦੁੱਗਣੀ ਹੈ, ਤਿਗੁਣਾ, ਇੱਦਾਂ ਕਰਕੇ ਕਈ ਬਣਾ ਸਕਦੇ ਹੋ, ਚੌਗੁਣਾ, ਪੰਜ ਗੁਣਾ ਵੱਧ ਜਾਂ ਫਿਰ 5 ਗੁਣਾ ਘੱਟ। ਜਾਂ ਆਪਾਂ ਇਸ ਦੇ ਵਿੱਚ ਸ਼ਬਦ ਆ ਜਾਂਦਾ ਜੀ ਦਿਨ ਦੁੱਗਣੀ ਰਾਤ ਚੌਗੁਣੀ, ਦਿਨ ਦੁੱਗਣੀ ਰਾਤ ਚੌਗੁਣੀ ਤਾਂ ਤਰੱਕੀ ਕਰੋ, ਤਾਂ ਇਹਦੇ ਵਿੱਚ ਦੁੱਗਣੀ ਸ਼ਬਦ ਤੇ ਚੌਗੁਣੀ ਸ਼ਬਦ ਇਹ ਦੋਨੋਂ ਕੀ ਹੋਣਗੇ ਜੀ ਗੁਣਾਵਾਚਕ ਸੰਖਿਆਵਾਚਕ ਵਿਸ਼ੇਸ਼ਣ। ਇਸ ਤੋਂ ਇਲਾਵਾ ਦੂਰਾ, ਤੀਰਾ, ਚੌਰਾ, ਤਾਂ ਇੱਦਾਂ ਦੇ ਜਿਹੜੇ ਸ਼ਬਦ ਹੁੰਦੇ ਆ ਜੀ ਜੋ ਸਾਨੂੰ ਕਿਸੇ ਦੇ ਕਿੰਨੇ ਗੁਣਾ ਵੱਧ ਜਾਂ ਕਿੰਨੇ ਗੁਣਾ ਘੱਟ ਹੋਣ ਬਾਰੇ ਸਾਨੂੰ ਦੱਸੇ, ਉਹ ਹੁੰਦੇ ਆ ਜੀ ਗੁਣਾਵਾਚਕ ਸੰਖਿਆਵਾਚਕ ਵਿਸ਼ੇਸ਼ਣ। ਹਾਂਜੀ, ਇੱਕ ਪਰਿਮਾਣਵਾਚਕ ਤੇ ਸੰਖਿਆਵਾਚਕ ਵਿਸ਼ੇਸ਼ਣ ਨੂੰ ਲੈ ਕੇ ਅਕਸਰ ਹੀ ਕੈਂਡੀਡੇਟ ਦੇ ਮਨ 'ਚ ਜਿਹੜਾ ਡਾਊਟ ਬਣਿਆ ਰਹਿੰਦਾ ਕਿ ਕਿਹੜਾ ਸ਼ਬਦ ਕਦੋਂ ਸੰਖਿਆਵਾਚਕ ਬਣੇਗਾ ਤੇ ਕਦੋਂ ਪਰਿਮਾਣਵਾਚਕ ਬਣੇਗਾ, ਕਿਉਂਕਿ ਬਹੁਤ ਵਾਰ ਐਸੇ ਜਿਹੜੇ ਵਿਸ਼ੇਸ਼ ਹੈ ਸਾਡੇ ਨਾਮ ਜਾਂ ਪੜਨਾਮ ਹੈ ਉਹ ਤੁਹਾਨੂੰ ਕਨਫਿਊਜ਼ ਕਰ ਦਿੰਦੇ। ਤਾਂ ਉਹਨੂੰ ਲੈ ਕੇ ਆਪਾਂ ਇੱਥੇ ਇੱਕ ਗੱਲ ਜਿਹੜੀ ਕਲੀਅਰ ਕਰਦੇ ਹਾਂ। ਦੇਖੋ, ਜਦ ਵੀ ਆਪਾਂ ਕੋਈ ਸ਼ਬਦ ਯੂਜ਼ ਕਰਦੇ ਹਾਂ, ਗ੍ਰਾਮਰ ਦੇ ਰੂਲ ਜਿਹੜੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਉਹ ਹਮੇਸ਼ਾ ਰੂਲ ਨਹੀਂ ਜਿਹੜੇ ਉਹਨੂੰ ਡੈਫੀਨੇਸ਼ਨ ਤੱਕ ਹੀ ਸੀਮਿਤ ਨਹੀਂ ਰੱਖਣਾ ਹੁੰਦਾ, ਡੈਫੀਨੇਸ਼ਨ ਦੇ ਵਿੱਚ ਉਸਦਾ ਪਰਪਸ ਵੀ ਹੁੰਦਾ। ਕੋਈ ਸ਼ਬਦ ਜਦੋਂ ਅਲੱਗ-ਅਲੱਗ ਪਰਪਸ ਲਈ ਯੂਜ਼ ਹੁੰਦਾ ਹੈ ਤਾਂ ਉਹਦਾ ਅਰਥ ਵੀ ਬਦਲ ਜਾਂਦਾ ਹੈ। ਤਾਂ ਹੁਣ ਇੱਥੇ ਆਪਾਂ ਗੱਲ ਕਰਦੇ ਹਾਂ ਜੀ ਪਰਿਮਾਣਵਾਚਕ ਤੇ ਸੰਖਿਆਵਾਚਕ ਵਿਸ਼ੇਸ਼ਣ। ਪਰਿਮਾਣਵਾਚਕ ਵਿਸ਼ੇਸ਼ਣ ਉਹ ਹੁੰਦੇ ਆ ਜਿਹੜੇ ਸ਼ਬਦ ਅਜਿਹੇ ਵਿਸ਼ੇਸ਼ਾਂ ਲਈ ਯੂਜ਼ ਹੁੰਦੇ ਆ ਜੋ ਮਿਣੇ ਜਾ ਸਕਣ, ਯਾਨੀ ਕਿ ਤੋਲੇ ਜਾ ਸਕਣ, ਜਿਨ੍ਹਾਂ ਨੂੰ ਜਾਂ ਤਾਂ ਆਪਾਂ ਮਾਪ ਸਕਦੇ ਹਾਂ, ਤੋਲ ਸਕਦੇ ਹਾਂ, ਪਰ ਗਿਣ ਨਹੀਂ ਸਕਦੇ। ਤੇ ਸੰਖਿਆਵਾਚਕ ਵਿਸ਼ੇਸ਼ਣ ਉਹ ਜਿੱਥੇ ਆਪਾਂ ਗਿਣ ਸਕਦੇ ਹਾਂ। ਕਲੀਅਰ, ਇੰਨੀ ਗੱਲ ਤਾਂ ਆਪਾਂ ਨੂੰ ਕਲੀਅਰ ਹੈ। ਹੁਣ ਆਪਾਂ ਦੋ ਸੈਂਟੈਂਸ ਤੁਹਾਨੂੰ ਦੱਸਦੇ ਹਾਂ, ਉਹਦੇ ਨਾਲ ਤੁਹਾਨੂੰ ਚੀਜ਼ ਕਲੀਅਰ ਹੋਏਗੀ। ਦੇਖੋ, ਜਿੱਥੇ ਦਾ ਲੱਗ ਗਿਆ ਕਿਲੋ ਸ਼ਬਦ, ਕਿਲੋ ਸ਼ਬਦ ਕਿਸ ਚੀਜ਼ ਨੂੰ ਰਿਪਰੈਜ਼ੈਂਟ ਕਰਦਾ? ਕਿਲੋ ਭਾਰ ਨੂੰ ਰਿਪਰੈਜ਼ੈਂਟ ਕਰਦਾ। ਤੇ ਜਿਹੜੀ ਚੀਜ਼ ਮਾਪੀ ਜਾਂਦੀ ਹੈ ਜਾਂ ਤੋਲੀ ਜਾਂਦੀ ਹੈ, ਭਾਰ ਕੀ ਤੋਲਿਆ ਜਾਂਦਾ ਹੈ, ਤਾਂ ਉਹ ਹੋਏਗਾ ਪਰਿਮਾਣਵਾਚਕ। ਤਾਂ ਕਿਲੋ ਕੁਛ ਵੀ ਹੋਵੇ ਤਾਂ ਕਿਲੋ ਜਿਹੜਾ ਹੋ ਗਿਆ ਉਹ ਕੀ ਹੋਏਗਾ ਜੀ ਸਾਡਾ ਪਰਿਮਾਣਵਾਚਕ ਵਿਸ਼ੇਸ਼ਣ। ਤਾਂ ਕਿਲੋ ਕੀ ਹੋਏਗਾ ਸਾਡਾ ਪਰਿਮਾਣਵਾਚਕ ਵਿਸ਼ੇਸ਼ਣ। ਜਿਹੜੀ ਗਿਣਤੀ ਹੋ ਗਈ 5 ਬੱਚੇ, 5 ਕੇਲੇ, 5 ਪਲੇਟਾਂ, ਇੱਦਾਂ ਕਰਕੇ ਜੋ ਗਿਣਤੀਆਂ ਹੁੰਦੀਆਂ ਨੇ ਜੀ, ਗਿਣਤੀ ਹੋ ਗਈ ਆਪਣੀ ਸੰਖਿਆਵਾਚਕ ਵਿਸ਼ੇਸ਼ਣ। ਮੈਂ ਤੁਹਾਨੂੰ ਇੱਕ ਸੈਂਟੈਂਸ ਦੇ ਥਰੂ ਦੋਨੋਂ ਚੀਜ਼ਾਂ ਕਲੀਅਰ ਕਰਦੀ ਹਾਂ। ਫੋਰ ਐਗਜ਼ਾਮਪਲ, ਆਪਣੇ ਕੋਲ ਹੈਗਾ 5 ਕਿਲੋ ਕੇਲੇ। ਹਾਂਜੀ, ਹੁਣ ਇਹਦੇ ਵਿੱਚ ਤੁਸੀਂ ਕਹੋਗੇ ਕਿ 5 ਕਿਲੋ ਹੈਗੇ ਆ ਕੇਲੇ, ਤਾਂ ਗਿਣੇ ਜਾਂਦੇ ਆ, 1 ਕੇਲਾ, 2 ਕੇਲਾ, 3 ਕੇਲਾ, ਇੱਦਾਂ ਗਿਣਤੀ ਹੋ ਸਕਦੀ ਹੈ ਕੇਲੇ ਦੀ। ਗਿਣ ਸਕਦੇ ਹਾਂ ਆਪਾਂ ਕੇਲੇ ਨੂੰ, ਬਿਲਕੁਲ ਗਿਣ ਸਕਦੇ ਹਾਂ, ਪਰ ਇਹਦੇ 5 ਕਿਲੋ ਲੱਗ ਗਿਆ ਮੂਹਰੇ। ਤਾਂ ਹੁਣ ਇਹ ਕਿਸ 'ਚ ਜਾਏਗਾ? ਪਰਿਮਾਣਵਾਚਕ ਹੋਏਗਾ ਜਾਂ ਸੰਖਿਆਵਾਚਕ ਹੋਏਗਾ? ਤਾਂ ਦੇਖੋ, ਕੇਲੇ ਜਿਹੜੇ ਨੇ ਅਗਰ ਉਹਦੇ ਅੱਗੇ ਲੱਗਦਾ ਹੈ 5 ਕਿਲੋ, ਦੈਟ ਮੀਨਸ ਅਸੀਂ ਕੀ ਕੀਤਾ ਕੇਲਿਆਂ ਨੂੰ? ਜਦੋਂ ਅਸੀਂ 5 ਕਿਲੋ ਕਿਹਾ, ਕਿ ਅਸੀਂ ਗਿਣ ਕੇ ਕਿਹਾ ਕਿ 5 ਕਿਲੋ? ਨਹੀਂ, ਅਸੀਂ ਉਹਨਾਂ ਨੂੰ ਤੋਲ ਕੇ ਕਿਹਾ ਕਿ ਇਹ 5 ਕਿਲੋ ਨੇ। ਜਦੋਂ ਅਸੀਂ ਕਿਸੇ ਚੀਜ਼ ਨੂੰ ਤੋਲਤਾ, ਉਸਦੇ ਭਾਰ ਬਾਰੇ ਗੱਲ ਕਰ ਰਹੇ ਹਾਂ, ਤਾਂ ਉਹ ਚੀਜ਼ ਬਣ ਜਾਂਦੀ ਹੈ ਸਾਡੀ ਪਰਿਮਾਣਵਾਚਕ। ਤਾਂ ਉਹ ਬਣ ਜਾਏਗੀ ਸਾਡੀ ਪਰਿਮਾਣਵਾਚਕ, ਤੇ ਇੱਥੇ 5 ਕਿਲੋ ਸ਼ਬਦ ਬਣ ਜਾਏਗਾ ਪਰਿਮਾਣਵਾਚਕ ਵਿਸ਼ੇਸ਼ਣ। ਇੱਥੇ ਹੀ ਅਗਰ ਮੈਂ ਤੁਹਾਨੂੰ ਕਹਿ ਦੇਵਾਂ ਕਿ 5 ਦਰਜਨ ਕੇਲੇ, ਹੁਣ ਤੁਸੀਂ ਮੈਨੂੰ ਦੱਸੋ ਕਿ ਅਸੀਂ ਕੇਲਿਆਂ ਨੂੰ ਤੋਲ ਕੇ ਦੱਸਦੇ ਹਾਂ ਕਿ ਇਹ 5 ਦਰਜਨ ਹੈ ਜਾਂ ਫਿਰ ਗਿਣ ਕੇ ਦੱਸਦੇ ਹਾਂ? ਗਿਣ ਕੇ ਦੱਸਦੇ ਹਾਂ, ਕਿਉਂਕਿ ਸਾਨੂੰ ਪਤਾ 1 ਦਰਜਨ 'ਚ 12 ਚੀਜ਼ਾਂ ਹੁੰਦੀਆਂ ਨੇ। ਤਾਂ 5 ਦਰਜਨ ਕੇਲੇ, ਇੱਥੇ ਕੀ ਹੋਗੀ? ਕੇਲਿਆਂ ਦੀ ਗਿਣਤੀ। ਤਾਂ ਇਹ ਬਣ ਗਿਆ ਸਾਡਾ ਸੰਖਿਆਵਾਚਕ ਵਿਸ਼ੇਸ਼ਣ। ਸੰਖਿਆਵਾਚਕ ਵਿਸ਼ੇਸ਼ਣ। ਦੇਖੋ, ਇਸ ਤਰ੍ਹਾਂ ਆਪਾਂ ਇਹ ਦੇਖਣਾ ਹੈ ਕਿ ਜੋ ਸ਼ਬਦ ਮੂਹਰੇ 5 ਦਰਜਨ ਜਾਂ 5 ਕਿਲੋ ਲੱਗਿਆ ਹੈਗਾ, ਉਹ ਕਿਹੜੇ ਪਰਪਸ ਲਈ ਲੱਗਿਆ ਹੈ? ਕਿ ਉਹ ਗਿਣ ਕੇ ਲੱਗਿਆ ਜਾਂ ਤੋਲ ਕੇ ਲੱਗਿਆ? ਠੀਕ, ਇਸੇ ਤਰ੍ਹਾਂ ਆਪਾਂ ਇੱਕ ਸੈਂਟੈਂਸ ਹੋਰ ਦੇਖ ਲੈਂਦੇ ਹਾਂ ਕਿ 5 ਬੱਚਿਆਂ ਦਾ ਔਸਤ ਭਾਰ 50 ਕਿਲੋ ਹੈ। ਹਾਂਜੀ, ਤਾਂ ਇਹਦੇ ਵਿੱਚ ਹੁਣ ਤੁਸੀਂ ਦੱਸੋ ਕਿ ਪਰਿਮਾਣਵਾਚਕ ਵਿਸ਼ੇਸ਼ਣ ਕਿਹੜਾ ਹੈ? ਤੁਸੀਂ ਕਹੋਗੇ ਕਿ ਜੀ 50 ਕਿਲੋ ਲੱਗਿਆ ਹੋਇਆ, ਪਰ ਬੱਚੇ ਤਾਂ ਅਸੀਂ ਗਿਣ ਸਕਦੇ ਹਾਂ, ਬੱਚਿਆਂ ਦਾ ਭਾਰ ਹੈ ਔਰ ਗਿਣਤੀ ਵੀ ਦਿੱਤੀ ਹੋਈ ਹੈ 5 ਬੱਚੇ, ਤਾਂ ਫਿਰ ਇਹ 5 ਕਿਲੋ ਕੀ ਹੋਊਗਾ? ਸੰਖਿਆਵਾਚਕ ਵਿਸ਼ੇਸ਼ਣ। ਪਰ ਇਹ ਤਾਂ ਭਾਰ ਹੈ। ਦੇਖੋ, ਤਾਂ 5 ਕਿਲੋ ਸ਼ਬਦ ਜਿਹੜਾ ਬੱਚੇ ਗਿਣੇ ਜਾ ਸਕਦੇ ਹੈ, ਪਰ ਅਸੀਂ 50 ਕਿਲੋ ਉਹਨਾਂ ਨੂੰ ਗਿਣ ਕੇ ਦੱਸਿਆ ਨਹੀਂ, ਅਸੀਂ ਉਹਨਾਂ ਨੂੰ ਤੋਲ ਕੇ ਦੱਸਿਆ। ਤਾਂ 50 ਕਿਲੋ ਜਿਹੜਾ ਸ਼ਬਦ ਹੈ ਇਹ ਹੋ ਗਿਆ ਸਾਡਾ ਪਰਿਮਾਣਵਾਚਕ
परिमाणवाचक विशेषण। क्यों? क्योंकि ਅਸੀਂ ਉਹਨਾਂ ਨੂੰ ਤੋਲਿਆ ਹੈ। ਭਾਰ ਗਿਣਿਆ ਨਹੀਂ ਜਾ ਸਕਦਾ, ਭਾਰ ਤੋਲਿਆ ਜਾ ਸਕਦਾ ਹੈ। ਪਰ ਪੰਜ ਬੱਚੇ ਕਿੰਨੇ ਬੱਚੇ? ਪੰਜ। ਗਿਣਤੀ ਕਿੰਨੀਆਂ ਬੱਚਿਆਂ ਦੀ? ਪੰਜ। ਕੀ ਅਸੀਂ ਤੋਲ ਕੇ ਦੱਸੀ ਆ? ਨਹੀਂ, ਇਹ ਅਸੀਂ ਗਿਣ ਕੇ ਦੱਸੀ ਆ। ਤਾਂ ਪੰਜ ਬੱਚੇ ਜਿਹੜੇ ਸ਼ਬਦ ਹੈ ਇਹ ਹੋ ਗਿਆ ਜੀ ਸੰਖਿਆਵਾਚਕ ਵਿਸ਼ੇਸ਼ਣ। ਕਿਸੇ ਚੀਜ਼ ਦਾ ਭਾਰ ਨਹੀਂ ਗਿਣਿਆ ਜਾ ਸਕਦਾ। ਭਾਰ ਹੁੰਦਾ ਜੀ 5 ਕਿਲੋ 50 ਕਿਲੋ। ਇਹ ਜਿਹੜੇ ਸ਼ਬਦ ਹੈ 5 ਲੀਟਰ 1 ਮੀਟਰ, ਇਹ ਜਿਹੜੇ ਸ਼ਬਦ ਹੁੰਦੇ ਨੇ ਇਹ ਹੋ ਗਏ ਪਰਿਮਾਣਵਾਚਕ। ਲੇਕਿਨ ਉੱਥੇ ਉਹ ਉਸ ਚੀਜ਼ ਲਈ ਅਗਰ ਕੋਈ ਗਿਣ ਕੇ ਕੋਈ ਚੀਜ਼ ਲੱਗਦੀ ਆ ਉੱਥੇ ਹੋ ਜਾਂਦਾ ਸੰਖਿਆਵਾਚਕ ਵਿਸ਼ੇਸ਼ਣ। ਹੁਣ ਤੁਸੀਂ ਆਟਾ ਲੈ ਲਓ, ਆਟਾ ਨੂੰ ਆਪਾਂ ਗਿਣ ਹੀ ਨਹੀਂ ਸਕਦੇ, ਆਪਾਂ ਕਹਿ ਹੀ ਨਹੀਂ ਸਕਦੇ 5 ਆਟਾ 3 ਆਟਾ 50 ਆਟਾ, ਨਹੀਂ। ਆਪਾਂ ਕੀ ਕਹਿੰਦੇ ਆ? 50 ਕਿਲੋ ਆਟਾ। ਕਿਉਂ? ਉਹਨੂੰ ਤੋਲਿਆ ਹੀ ਜਾ ਸਕਦਾ ਹੈ। ਤਾਂ 50 ਕਿਲੋ ਆਟਾ ਹਮੇਸ਼ਾ ਪਰਿਮਾਣਵਾਚਕ ਹੀ ਰਹੇਗਾ। ਪਰ ਅਜਿਹੇ ਸ਼ਬਦ, ਅਜਿਹੀਆਂ ਚੀਜ਼ਾਂ, ਅਜਿਹੇ ਨਾਮ ਜਾਂ ਪੜਨਾਮ ਜੋ ਤੋਲੇ ਵੀ ਜਾ ਸਕਦੇ ਹੈ ਅਤੇ ਗਿਣੇ ਵੀ ਜਾ ਸਕਦੇ ਆ, ਉੱਥੇ ਆਪਾਂ ਨੂੰ ਕਨਫਿਊਜ਼ਨ ਹੋ ਜਾਂਦੀ ਆ ਵੀ ਉਹ ਕਿੱਥੇ ਲੈ ਕੇ ਜਾਈਏ। ਤਾਂ ਜਿੱਥੇ ਸ਼ਬਦ ਕਿਸੇ ਭਾਰ ਲਈ, ਕਿਸੇ ਭਾਰ ਦੇ ਤੋਲੇ ਜਾਂਦੇ ਪਰਪਸ ਤੋਂ ਲੱਗਦਾ ਉਹ ਪਰਿਮਾਣਵਾਚਕ, ਅਤੇ ਜਿੱਥੇ ਉਹਨੂੰ ਗਿਣੇ ਜਾਂਦੇ ਪਰਪਸ ਤੋਂ ਲੱਗਦਾ ਉਹ ਸੰਖਿਆਵਾਚਕ। ਜਿਵੇਂ ਆਪਾਂ ਕੇਲੇ ਦੀ ਐਗਜ਼ਾਮਪਲ ਤੋਂ ਸਮਝਿਆ, ਅਗਰ ਕੇਲਿਆਂ ਨੂੰ ਤੋਲਿਆ ਗਿਆ ਤਾਂ ਉਹ ਪਰਿਮਾਣਵਾਚਕ, ਅਗਰ ਕੇਲਿਆਂ ਨੂੰ ਗਿਣਿਆ ਗਿਆ ਤਾਂ ਉਹ ਸੰਖਿਆਵਾਚਕ। ਤਾਂ ਆਈ ਹੋਪ ਇਹ ਚੀਜ਼ ਤੁਹਾਨੂੰ ਕਲੀਅਰ ਹੋ ਗਈ ਹੋਏਗੀ। ਹੁਣ ਜਿਵੇਂ ਤੁਸੀਂ ਦੁੱਧ ਲਗਾ ਲਓ, ਦੁੱਧ ਨੂੰ ਤਾਂ ਆਪਾਂ ਗਿਣ ਹੀ ਨਹੀਂ ਸਕਦੇ, ਹੁਣ ਤਾਂ ਆਪਾਂ ਤੋਲ ਹੀ ਸਕਦੇ ਹਾਂ। 5 ਕਿਲੋ 5 ਲੀਟਰ ਅੱਧਾ ਲੀਟਰ ਪੌਣਾ ਲੀਟਰ, ਤਾਂ ਉਹ ਜਿਹੜਾ ਲੀਟਰ ਹੋ ਗਿਆ ਨਾ ਦੁੱਧ ਤਾਂ ਤੋਲਿਆ ਹੀ ਜਾਏਗਾ। ਤਾਂ ਉਹ ਕੀ ਹੋਏਗਾ ਜੀ? ਸਾਡਾ ਪਰਿਮਾਣਵਾਚਕ। ਲੇਕਿਨ ਕੋਈ ਐਸੀ ਚੀਜ਼ ਜਿਸ ਨੂੰ ਆਪਾਂ ਗਿਣ ਸਕਦੇ ਹਾਂ ਤਾਂ ਉਹ ਫਿਰ ਸੰਖਿਆਵਾਚਕ ਹੋ ਜਾਏਗੀ। ਆਈ ਹੋਪ ਤੁਹਾਨੂੰ ਇਹ ਚੀਜ਼ ਕਲੀਅਰ ਹੈਗੀ ਆ। ਅਤੇ ਥੋੜ੍ਹਾ ਜਿਹੜਾ ਪਰਿਮਾਣਵਾਚਕ ਅਤੇ ਸੰਖਿਆਵਾਚਕ ਨੂੰ ਲੈ ਕੇ ਜਿਹੜਾ ਡਾਊਟ ਹੋਏਗਾ ਉਹ ਵੀ ਕਲੀਅਰ ਹੋ ਗਿਆ ਹੋਏਗਾ। ਹੁਣ ਆਪਾਂ ਉੱਪਰ ਇੱਕ ਜਿਹੜੀ ਟਾਈਪ ਕੀਤੀ ਸੀ ਕਸਰੀਵਾਚਕ ਸੰਖਿਆਵਾਚਕ ਵਿਸ਼ੇਸ਼ਣ। ਕਸਰੀਵਾਚਕ ਸੰਖਿਆਵਾਚਕ ਵਿਸ਼ੇਸ਼ਣ 'ਚ ਜਿਹੜੇ ਸ਼ਬਦ ਲੱਗਦੇ ਆ ਜੀ ਸਵਾ, ਪੌਣਾ, ਅੱਧਾ, ਤਾਂ ਇਹ ਜਿਹੜੇ ਸ਼ਬਦ ਹੈ ਤੁਸੀਂ ਦੇਖਣੇ ਹੈ ਕਿ ਇਹ ਪੌਣਾ ਕੀ ਹੈ, ਪੌਣਾ ਗਿਣਿਆ ਕੁਛ ਕਿ ਪੌਣਾ ਤੋਲਿਆ। ਫੋਰ ਐਗਜ਼ਾਮਪਲ ਇੱਥੇ ਤੁਸੀਂ ਦੇਖ ਸਕਦੇ ਹੋ ਐਗਜ਼ਾਮਪਲ ਦੇ ਤੌਰ 'ਤੇ ਕਿ ਪੌਣਾ ਲੀਟਰ ਦੁੱਧ, ਪੌਣਾ ਲੀਟਰ ਦੁੱਧ। ਚਲੋ ਤੁਹਾਡੇ ਲਈ ਹੋਮਵਰਕ ਦੇ ਦਿੰਦੇ ਹਾਂ ਆਪਾਂ, ਤੁਸੀਂ ਮੈਨੂੰ ਇੱਥੇ ਦੱਸੋ, ਇਹ ਤੁਹਾਡਾ ਹੋਏਗਾ ਜੀ ਹੋਮਵਰਕ। ਪੌਣਾ ਲੀਟਰ ਦੁੱਧ ਅਤੇ ਇੱਕ ਹੈਗਾ ਤੁਹਾਡੇ ਕੋਲ ਪੌਣਾ ਘੰਟਾ, ਪੌਣਾ ਘੰਟਾ, ਸਵਾ ਘੰਟਾ। ਹੁਣ ਇਹਨਾਂ ਤਿੰਨਾਂ ਦੇ ਵਿੱਚੋਂ ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਇਹਦੇ ਵਿੱਚੋਂ ਕਿਹੜੀ ਪਰਿਮਾਣਵਾਚਕ ਹੈ ਅਤੇ ਕਿਹੜਾ ਕਸਰੀਵਾਚਕ ਸੰਖਿਆਵਾਚਕ ਵਿਸ਼ੇਸ਼ਣ ਹੈ। ਇਹਨਾਂ ਦੇ ਆਨਸਰ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦੇਵਾਂਗੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸੰਖਿਆਵਾਚਕ ਵਿਸ਼ੇਸ਼ਣ ਨੂੰ ਸਮਝਿਆ, ਉਸਦੀ ਟਾਈਪਸ ਦੇਖੀਆਂ। ਕਿੰਨੀਆਂ ਟਾਈਪਸ ਦੇਖੀਆਂ? ਟੋਟਲ ਆਪਾਂ ਉਸਦੀਆਂ 4 ਟਾਈਪਸ ਇਹਦੇ ਵਿੱਚ ਹੁਣ ਤੱਕ ਕਰ ਚੁੱਕੇ ਹਾਂ। ਸਧਾਰਨ ਸੰਖਿਆਵਾਚਕ, ਕ੍ਰਮਵਾਚਕ ਸੰਖਿਆਵਾਚਕ, ਕਸਰੀਵਾਚਕ ਸੰਖਿਆਵਾਚਕ ਅਤੇ ਗੁਣਾਵਾਚਕ ਸੰਖਿਆਵਾਚਕ। ਬਾਕੀ ਦੇ ਟਾਈਪਸ ਆਪਾਂ ਆਉਣ ਵਾਲੀ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਅਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਆਪਣਾ ਫੀਡਬੈਕ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ, ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀ ਅਪਡੇਟ ਟਾਈਮ ਸਿਰ ਅਤੇ ਸਭ ਤੋਂ ਪਹਿਲਾਂ ਮਿਲੇਗੀ। ਤੁਸੀਂ ਮੈਨੂੰ ਫੇਸਬੁੱਕ ਔਰ ਟੈਲੀਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਥੈਂਕ ਯੂ।